हेलो एवरीवन आई वेलकम यू ऑल टू चेतन भारत लर्निंग। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੀਰੀਜ਼ ਨੂੰ ਰਿਜ਼ਿਊਮ ਕਰਦੇ ਹਾਂ ਪੋਲਿਟੀ ਦੇ 10 MCQs ਦੀ ਸੀਰੀਜ਼ ਨੂੰ। ਚਲਿਏ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਟੌਪਿਕਸ ਰਿਲੇਟਡ ਟੂ ऑफिशियल लैंग्वेज, then linguistic minorities, then related to, let's say, 8th schedule languages, classical languages, right? ਇਹਨਾਂ ਟੌਪਿਕਸ ਤੇ ਅੱਜ ਆਪਾਂ ਚਰਚਾ ਕਰਨ ਵਾਲੇ ਹਾਂ। So, pehla question, consider the following statements regarding the Parliamentary Committee on Official Languages. It was constituted under the provisions of Official Languages Act of 1963. All right. Union Minister of Culture acts as the chairman of the committee. Again, a factual statement. Third statement, it reviews the progress made in the use of Hindi for official purpose of the Union. ਫਰਜ਼ ਕਰੋ ਕਿ ਤੁਹਾਨੂੰ ਇਸ ਕੁਐਸਚਨ ਬਾਰੇ ਕੁਝ ਨਹੀਂ ਪਤਾ, ਫਿਰ ਵੀ ਸਿਸ ਪਾਟਨ ਪੀਪੀਐਸਸੀ ਦਾ ਇਸ ਤਰ੍ਹਾਂ ਦਾ ਹੈ ਕਿ ਉਹ ਨੈਗੇਟਿਵ ਮਾਰਕਿੰਗ ਨਹੀਂ ਰੱਖਦੇ, ਤਾਂ ਤੁਹਾਡੇ ਕੋਲ ਲਿਬਰਟੀ ਹੈਗੀ ਹੈ ਟੂ ਮੇਕ ਐਨ ਇੰਟੈਲੀਜੈਂਟ ਗੈਸ ਤੇ ਇਵੈਂਚੁਅਲੀ ਹੋ ਸਕਦਾ ਕਿ ਤੁਸੀਂ ਸਹੀ ਆਨਸਰ ਤੱਕ ਵੀ ਪਹੁੰਚ ਜਾਓ। ਫਰਜ਼ ਕਰੋ ਕਿ ਤੁਹਾਨੂੰ ਇਸ ਸਟੇਟਮੈਂਟ ਜਾਂ ਇਸ ਕੁਐਸਚਨ ਬਾਰੇ ਕੁਝ ਨਹੀਂ ਪਤਾ। ਆਪਾਂ ਸਭ ਤੋਂ ਪਹਿਲਾਂ ਲੈਟਸ ਸੇ ਚੂਜ਼ ਕਰਦੇ ਹਾਂ ਉਸ ਸਟੇਟਮੈਂਟ ਨੂੰ ਜੋ ਜਨਰਲ ਸਟੇਟਮੈਂਟ ਲੱਗ ਰਹੀ ਹੈ। ਜਨਰਲ ਸਟੇਟਮੈਂਟ ਕਿਵੇਂ ਆਇਡੈਂਟੀਫਾਈ ਕਰਾਂਗਾ? ਕੁਐਸਚਨ ਦੁਆਰਾ ਪੜ੍ਹਦੇ। Consider the following statements regarding the Parliamentary Committee on Official Language. यार पार्लियामेंट्री कमेटी ਦੀ ਗੱਲ ਕਰ ਰਹੇ ਹਾਂ, ऑफिशियल लैंग्वेज ਦੇ ਉੱਤੇ ਕੋਈ ਪਾਰਲੀਮੈਂਟਰੀ ਕਮੇਟੀ ਹੈ ਉਹਦੀ ਗੱਲ ਹੋ ਰਹੀ ਹੈ। ਕੋਈ ਪਰਪਸ ਹੋਊਗਾ ਉਹਦਾ ਪਰਪਸ ਹੋਊਗਾ ਸਮਥਿੰਗ ਰਿਲੇਟਡ ਟੂ ऑफिशियल लैंग्वेजेस, समथिंग रिलेटेड टू लेट्स से डेवलपमेंट ऑफ ऑफिशियल लैंग्वेजेस। कोई एक पॉजिटिव पर्पस ही सॉल्व कर रही होगी ਤਾਂ ਹੀ ਉਹ ਇੱਕ ਕਮੇਟੀ ਬਣਾਈ ਗਈ ਹੈ ਨਾ। ਤਾਂ ਥਰਡ ਸਟੇਟਮੈਂਟ ਜੇ ਮੈਂ ਰਿਵਿਊ ਕਰਾਂ, it reviews the progress made in the use of Hindi for the official purpose of the union। ਯਾਰ ਇੱਕ ਮੈਨੂੰ ਜਨਰਲ ਸਟੇਟਮੈਂਟ ਨਜ਼ਰ ਆ ਰਹੀ ਹੈ ਤੇ ਹਾਈ ਚਾਂਸਸ ਹੈ ਕਿ ਇਹ ਜਨਰਲ ਸਟੇਟਮੈਂਟ ਜਿਹੜੀ ਹੈਗੀ ਆ ਸਹੀ ਹੋਣ ਵਾਲੀ। ਤਾਂ ਫॉर ਨਾਓ ਲੈਟਸ ਮਾਰਕ ਦਿਸ ਸਟੇਟਮੈਂਟ ਐਸ ਕਰੈਕਟ। ਇਵੈਂਚੁਅਲੀ ਆਪਾਂ ਕੀ ਕੀਤਾ, ਆਪਾਂ ਨਾ ਇਸ ਆਪਸ਼ਨ ਨੂੰ ਐਲੀਮੀਨੇਟ ਕਰਤਾ। ਨਾਓ ਵੀ ਆਰ ਲੈਫਟ ਵਿਦ 3 ਆਪਸ਼ਨਸ, 2 and 3, 1 and 3, 1 2 3। ਪਹਿਲਾ ਮੇਰਾ ਇਸ ਕਰੈਕਟ ਆਪਸ਼ਨ ਤੇ ਪਹੁੰਚਣ ਦਾ ਜਿਹੜਾ ਪੋਸੀਬਿਲਿਟੀ ਸੀਗਾ ਜਦੋਂ ਮੇਰੇ ਕੋਲ 4 ਆਪਸ਼ਨ ਸੀਗੇ ਤਾਂ 25% ਸੀ ਕਿਉਂ। ਹੁਣ ਮੈਂ ਉਹਨੂੰ ਵਧਾ ਕੇ 33% ਤੇ ਕਰਤੀ। ਹੁਣ ਮੈਂ ਸੋਚਦਾ ਕਿ ਯਾਰ ਬਾਕੀ ਚੀਜ਼ਾਂ ਮੈਂ ਕੀ ਸੋਚ ਸਕਦਾ। ਹੁਣ ਇਸ ਕੁਐਸਚਨ ਦੇ ਵਿੱਚ ਬਾਕੀ ਤੋਂ ਜਿਹੜੀ ਸਟੇਟਮੈਂਟਸ ਹੈ ਯਾਰ ਉਹ ਫੈਕਚੁਅਲ ਸਟੇਟਮੈਂਟਸ ਹੈ, ਉਹ ਸਹੀ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ। ਇਹਦੇ ਵਿੱਚ ਤੁਸੀਂ ਜਨਰਲ ਸਟੇਟਮੈਂਟ ਨਹੀਂ ਲੱਭ ਸਕਦੇ। ਤਾਂ ਫॉर ਸੋਲਵਿੰਗ ਦਿਸ ਕੁਐਸਚਨ ਯੂ ਨੀਡ ਅ ਫੈਕਚੁਅਲ ਪਾਰਟ ਆਫ ਯੋਰ ਨੌਲੇਜ ਜੋ ਕਿ ਐਕਟਿਵ ਰਹੇ ਇਸ ਟਾਈਮ ਤੇ। ਤਾਂ it was constituted under the provisions of Official Language Act of 1963। this is a correct statement। Official Language Act ਆਇਆ ਸੀ ਜੀ, ਉਹਦੇ ਤਹਿਤ ਇਸ ਨੂੰ ਬਣਾਇਆ ਗਿਆ ਸੀਗਾ, ਉਹਦੇ ਪ੍ਰੋਵੀਜ਼ਨ ਦੇ ਤਹਿਤ। then second statement, Union Minister of Culture acts as the chairman of this committee। now ਇਹ ਇੱਕ ਟਰੈਪ ਸਟੇਟਮੈਂਟ ਲਗਾਈ ਤੁਹਾਡੇ ਵਾਸਤੇ। ਕਿਉਂ? ਤੁਸੀਂ ਸੋਚੋਗੇ ਕਿ ਯਾਰ ਲੈਂਗੁਏਜ ਦੀ ਗੱਲ ਹੋ ਰਹੀ ਹੈ, ਮੇਬੀ ਕਲਚਰ ਨਾਲ ਕੋਈ ਨਾ ਕੋਈ ਲਿੰਕ ਹੋਊਗਾ ਉਹਦਾ। ਇਹ ਟਰੈਪ ਸੀਗਾ ਜੀ, ਬਿਲਕੁਲ ਇੱਕ ਆਬਵੀਅਸ ਟਰੈਪ ਸੈਟਅਪ ਕੀਤਾ ਗਿਆ ਸੀਗਾ ਤੁਹਾਡੇ ਵਾਸਤੇ। ਉਰੇ ਜਿਹੜਾ ਆਫੀਸ਼ੀਅਲ ਚੇਅਰਮੈਨ ਹੈ ਉਹ ਕੌਣ ਹੈ? ਯੂਨੀਅਨ ਮਿਨਿਸਟਰ ਆਫ ਹੋਮ ਅਫੇਅਰਸ, ਨਾਟ ਕਲਚਰ। ਸੋ ਦ ਕਰੈਕਟ ਆਂਸਰ ਇਜ਼ C, 1 and 3। Now let's move on to the second question। Consider the following Marathi, Pali, ਕੰਨੜ, ਗੁਜਰਾਤੀ, ਪੰਜਾਬੀ, 5 ਲੈਂਗੁਏਜਸ ਜੋ ਆਪਣੇ ਭਾਰਤ ਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਉਰੇ। ਹਾਊ ਮੈਨੀ ਆਫ ਦ ਅਬਵ ਆਰ ਕਲਾਸੀਫਾਈਡ ਐਜ਼ ਕਲਾਸੀਕਲ ਲੈਂਗੁਏਜਸ ਇਨ ਇੰਡੀਆ। ਜਦੋਂ ਆਪਾਂ ਲੈਂਗੁਏਜ ਵਾਲਾ ਚੈਪਟਰ ਕਵਰ ਕਰਦੇ ਹਾਂ ਤਾਂ ਉਹਦੇ ਵਿੱਚ 2 ਜਾਂ 3 ਇੰਪੋਰਟੈਂਟ ਥੀਮਸ ਬਣ ਜਾਂਦੀਆਂ। ਇੱਕ ਤਾਂ ਆਫੀਸ਼ੀਅਲ ਲੈਂਗੁਏਜ ਆਪਣੇ ਆਪ ਵਿੱਚ ਬਹੁਤ ਇੰਪੋਰਟੈਂਟ ਥੀਮ ਹੈ। ਲਾਸਟ ਆਪਾਂ ਹੁਣੇ ਕਵਰ ਕਰਕੇ ਹਟੇ ਹਾਂ, ਆਪਾਂ ਪਾਰਲੀਮੈਂਟਰੀ ਕਮੇਟੀ ਦੀ ਗੱਲ ਕਰਦੇ। ਆਪਾਂ ਲੈਟਸ ਸੇ ਲਿੰਗੁਇਸਟਿਕ ਮਾਈਨੋਰਿਟੀ ਦੀ ਗੱਲ ਕਰਾਂਗੇ, ਉਹ ਇੱਕ ਇੰਪੋਰਟੈਂਟ ਥੀਮ ਹੋਊਗਾ। ਸਪੈਸ਼ਲ ਆਫਿਸਰ ਦੀ ਜਦੋਂ ਗੱਲ ਕਰਦੇ ਹਾਂ, ਫਿਰ ਇੱਕ ਬਹੁਤ ਇੰਪੋਰਟੈਂਟ ਥੀਮ ਬਣਦੀ ਹੈ, ਉਹ ਹੈਗੀ ਹੈ ਕਲਾਸੀਕਲ ਲੈਂਗੁਏਜਸ। ਤਾਂ 4-5 ਥੀਮਸ ਨੇ ਜੀ, ਇਸ ਤੋਂ ਬਾਹਰ ਕੁਐਸਚਨ ਨਹੀਂ ਆਉਂਦਾ ਹੈਗਾ। ਆਪਾਂ ਇਸੇ ਨੂੰ ਕਵਰ ਕਰਨਾ, ਸਾਡਾ ਪਰਪਸ ਵੀ ਇਹੀ ਹੈ 10 MCQs ਦੇ ਥਰੂ ਕਿ ਜਿਹੜੀ ਇੰਪੋਰਟੈਂਟ ਥੀਮਸ ਨੇ ਨਾ ਉਹਨਾਂ ਨੂੰ ਕਵਰ ਕਰਵਾ ਦਿੱਤਾ ਜਾਵੇ ਤਾਂ ਕਿ ਬੱਚਿਆਂ ਦੀ ਰਿਵੀਜ਼ਨ ਵਿੱਚ ਕਿਤੇ ਵੀ ਕਮੀ ਨਾ ਰਹੇ। ਐਨੀਵੇਜ਼ let's continue with this question। so consider the following statements Marathi, Pali, Kannada, Gujarati, Punjabi। how many of the above are classified as classical languages in India। ਕਿਹੜੀ ਕਿਹੜੀਆਂ ਨੇ ਜਿਹੜੀ ਕਲਾਸੀਕਲ ਲੈਂਗੁਏਜ ਦਾ ਦਰਜਾ ਇੰਡੀਆ ਦੇ ਵਿੱਚ ਮਿਲਿਆ ਹੋਇਆ। ਸੋ ਕੰਨੜ ਨੂੰ ਮਿਲਿਆ ਹੋਇਆ, ਰਾਈਟ। ਪਾਲੀ ਤੇ ਮਰਾਠੀ ਨੂੰ ਰੀਸੈਂਟਲੀ ਮਿਲਿਆ, ਇਹ ਇੰਪੋਰਟੈਂਟ ਹੋ ਜਾਣਗੇ। ਪਾਲੀ, ਪ੍ਰਾਕ੍ਰਿਤ,
ਮਰਾਠੀ ਦੀ ਗੱਲ ਕਰੀਏ, ਇਹਨਾਂ ਨੂੰ ਰੀਸੈਂਟਲੀ ਦਰਜਾ ਮਿਲਿਆ ਹੈ ਕਲਾਸੀਕਲ ਲੈਂਗੁਏਜ ਹੋਣ ਦਾ, ਤਾਂ ਇਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ। ਗੁਜਰਾਤੀ ਤੇ ਪੰਜਾਬੀ ਨੂੰ ਹਲੇ ਇਹ ਦਰਜਾ ਨਹੀਂ ਮਿਲਿਆ। ਇਹ ਫੈਕਚੁਅਲ ਫੈਕਟ ਬੇਸਡ ਸਟੇਟਮੈਂਟ ਸੀਗਾ ਜੀ। ਇਹਦੇ ਵਿੱਚ ਤੁਸੀਂ ਜਨਰਲ ਪ੍ਰਿੰਸੀਪਲਸ ਨਹੀਂ ਲਗਾ ਪਾਓਗੇ ਕਿਉਂਕਿ ਫੈਕਚੁਅਲ ਹੀ ਹੈ, ਤੇ ਉਸ ਤੋਂ ਇਲਾਵਾ ਤੁਹਾਨੂੰ ਆਪਸ਼ਨ ਐਲੀਮੀਨੇਸ਼ਨ ਦੀ ਉਰੇ ਇੱਕ ਆਪਸ਼ਨ ਵੀ ਨਹੀਂ ਮਿਲ ਰਿਹਾ, ਤੁਹਾਨੂੰ ਫੈਕਟਸ ਦੇ ਬੇਸ ਤੇ ਹੀ ਪਲੇ ਕਰਨਾ ਪਊਗਾ। ਸੋ ਦ ਕਰੈਕਟ ਆਪਸ਼ਨ ਜਾਂ ਕਰੈਕਟ ਆਂਸਰ ਇਨ ਦਿਸ ਕੇਸ ਇਜ਼ B, only 3. Now let's move on to the next question. Now this is very important question and ਇਹ important ਵੀ ਹੈਗਾ, difficult ਵੀ ਹੈਗਾ, tricky ਵੀ ਹੈਗਾ। Consider the following statements regarding the revised criteria for declaring a language as a classical by Linguistic Experts Committee under Sahitya Academy as updated in the July 2024। ਇਹ ਡਾਇਰੈਕਟ ਕਰੰਟ ਅਫੇਅਰਸ ਤੋਂ ਆਪਾਂ ਯੂਜ਼ ਕੀਤਾ ਇਹਨੂੰ ਤੇ ਆਪਾਂ ਉਰੇ ਪੁੱਛ ਰਹੇ ਹਾਂ। ਪਹਿਲਾ, the criteria emphasize a high antiquity of early text or records, history spanning 1500 to 2000 years, along with body of ancient literature considered heritage by generation of speaker। एक ही कह रही है स्टेटमेंट ਵੱਡੀ ਹੈ ਪਰ ਸਟੇਟਮੈਂਟ ਸਮਝਣ ਦੀ ਕੋਸ਼ਿਸ਼ ਕਰੋ। ਇਹ ਕਹਿ ਰਹੀ ਹੈ ਕਿ ਇੱਕ ਕ੍ਰਾਈਟੇਰੀਆ ਇਹ ਵੀ ਹੈਗਾ ਕਿ ਉੱਥੇ ਨਾ 1500 ਸਾਲ ਜਾਂ 2000 ਸਾਲ ਪੁਰਾਣਾ ਆਪਣੇ ਕੋਲ ਇੱਕ ਰੈਕਰਡ ਹੋਣਾ ਚਾਹੀਦਾ ਹੈ, ਟੈਕਸਟ ਹੋਣਾ ਚਾਹੀਦਾ ਹੈ, ਯਾਨੀ ਕਿ ਲਿਟਰੇਚਰ ਆਪਣੇ ਕੋਲ ਹੋਣਾ ਚਾਹੀਦਾ। ਠੀਕ ਹੈ ਜੀ, ਜਿਹਨੂੰ ਜਨਰੇਸ਼ਨਸ ਆਫ ਸਪੀਕਰਸ ਹੈਰੀਟੇਜ ਦੇ ਤੌਰ ਤੇ ਮੰਨਦੇ ਆ ਰਹੇ ਆ। ਬਹੁਤ ਇੰਪੋਰਟੈਂਟ ਹੈ। ਲੈਟਸ ਸੇ ਕੋਈ ਵੇਦ ਦੀ ਗੱਲ ਨਹੀਂ ਕਰੀਏ, ਸੌਰੀ, ਆਪਾਂ ਲੈਟਸ ਸੇ ਕੋਈ ਰਿਲੀਜੀਅਸ ਟੈਕਸਟ ਦੀ ਗੱਲ ਕਰ ਸਕਦੇ ਹਾਂ। ਰਿਲੀਜੀਅਸ ਟੈਕਸਟ ਹੋਊਗਾ ਜੀ ਜਿਹਨੂੰ ਹੈਰੀਟੇਜ ਦੇ ਤੌਰ ਤੇ ਮੰਨਿਆ ਜਾ ਰਿਹਾ, ਜਾਂ ਕੋਈ ਕਿੱਸਾ ਹੋਊਗਾ ਜਾਂ ਕੋਈ ਇੰਪੋਰਟੈਂਟ ਟੈਕਸਟ ਹੋਊਗਾ ਜਿਹਨੂੰ ਕਲਚਰ ਦਾ ਪਾਰਟ ਮੰਨ ਲਿਆ, ਉਹ ਪਹਿਲੀ ਸਟੇਟਮੈਂਟ ਵਿੱਚ ਜ਼ਿਕਰ ਕਰ ਰਹੇ। Second, a key addition in 2024. Now, this is very important. Revision is requirement for knowledge text, including prose alongside poetry. Now, verses and prose ਦੀ ਗੱਲ ਕਰਦੇ, prose ਦੀ ਆਪਾਂ ਗੱਲ ਕਰਤੀ ਤਾਂ ਆਪਾਂ longer form of writing ਦੀ ਗੱਲ ਕਰਨ ਵਾਲੇ, poetry ਦੀ ਗੱਲ ਨਹੀਂ ਕਰ ਰਹੇ ਆਪਾਂ, longer form। For example, ਲੇਖ ਹੋ ਗਿਆ, essays ਦੀ ਗੱਲ ਕਰੀਏ, right? As well as epigraphical and inscriptional evidence, ਕਿਤੇ inscribe ਕੀਤਾ ਹੋਵੇ, ਕਿਤੇ ਦੀਵਾਰ ਤੇ ਇਨਸਕ੍ਰਾਈਬ ਕੀਤਾ ਹੋਵੇ ਜਾਂ ਕਿਸੇ ਲੈਟਸ ਸੇ ਆਬਜੈਕਟ ਤੇ ਇਨਸਕ੍ਰਾਈਬ ਕੀਤਾ ਹੋਵੇ, ਉਹ ਵੀ ਐਵੀਡੈਂਸ ਉਰੇ ਹੋਣਾ ਚਾਹੀਦਾ। ਕਿਆ ਇਹ ਸਟੇਟਮੈਂਟ ਜਾਂ ਕਿਆ ਇਹ ਕ੍ਰਾਈਟੇਰੀਆ ਆਇਆ ਹੈ ਜਾਂ ਨਹੀਂ ਆਇਆ, ਇਹ ਬਹੁਤ ਹੀ ਫੈਕਚੁਅਲ ਹੈ ਜੀ। ਠੀਕ ਹੈ। ਥਰਡ, ਕ੍ਰਾਈਟੇਰੀਆ allows for classical languages to either distinct from their modern forms or discontinuous with their later offshoots, and Sahitya Academy serves as the nodal agency for the linguistic ਐਕਸਪਰਟ ਕਮੇਟੀ। ਸਟੇਟਮੈਂਟ ਭਾਵੇਂ ਇੱਕ ਹੈ, ਫੈਕਟ ਦੋ ਪੁੱਛ ਰਹੀ ਹੈ, ਦੋ ਫੈਕਟ ਪੁੱਛ ਰਹੀ ਹੈ। ਪਹਿਲਾ ਤਾਂ ਕਿ ਕ੍ਰਾਈਟੇਰੀਆ ਕੀ ਅਲਾਓ ਕਰ ਰਿਹਾ ਕਿ ਕਲਾਸੀਕਲ ਲੈਂਗੁਏਜਸ ਜੋ ਪਹਿਲਾਂ ਚੱਲਦੀ ਆ ਰਹੀ ਸੀਗੀਆਂ ਉਹ ਅੱਜ ਜੇ ਮੈਂ ਦੇਖਾਂ ਡਿਸਟਿੰਕਟ ਹੋਣ, ਯਾਨੀ ਕਿ ਜੋ ਬੋਲਣ ਦਾ ਤਰੀਕਾ ਹੁੰਦਾ ਸੀਗਾ, ਜੋ ਬਾਤ ਕਰਨ ਦਾ ਤਰੀਕਾ ਉਦੋਂ ਹੁੰਦਾ ਸੀਗਾ, ਤੇ ਅੱਜ ਜੇ ਮੈਂ ਦੇਖਾਂ ਤਾਂ ਉਹਦੇ ਵਿੱਚ ਬਹੁਤ ਅੰਤਰ ਆ ਚੁੱਕਿਆ ਹੋਊਗਾ। ਡਿਸਕੰਟੀਨਿਊਟੀ ਦਿਖ ਰਹੀ ਹੈ ਮੈਨੂੰ। ਜੇ ਡਿਸਕੰਟੀਨਿਊਟੀ ਦਿਖ ਰਹੀ ਹੈ ਤਾਂ ਕਿਆ ਮੈਂ ਉਸ ਲੈਂਗੁਏਜ ਨੂੰ ਕਲਾਸੀਕਲ ਲੈਂਗੁਏਜ ਮੰਨ ਸਕਦਾ ਕਿ ਨਹੀਂ ਮੰਨ ਸਕਦਾ, ਇਹ ਤੁਹਾਡੇ ਦਿਮਾਗ ਵਿੱਚ ਕੁਐਸਚਨ ਆਉਣਾ ਚਾਹੀਦਾ। ਉਹਦੇ ਨਾਲ ਮੰਨ ਲਓ ਕੋਈ ਭਾਸ਼ਾ ਉਹ ਡਿਵੈਲਪ ਹੁੰਦੀ ਹੈ ਤਾਂ ਆਓ ਬਹੁਤ ਸਾਰੀ ਅੱਗੇ ਆਫਸ਼ੂਟਸ ਡਿਵੈਲਪ ਹੋ ਜਾਂਦੀ ਹੈ। ਠੀਕ ਹੈ, ਹੋ ਸਕਦਾ ਆਫਸ਼ੂਟ ਜਿਹੜੇ ਡਿਵੈਲਪ ਹੋ ਰਹੇ ਹੈ ਉਹ ਓਰੀਜਨਲ ਜਿਹੜੇ ਕਨਸਟੀਟੂਐਂਟ ਐਲੀਮੈਂਟ ਸੀਗੇ ਉਹਨਾਂ ਤੋਂ ਅਲੱਗ ਹੋਣੇ ਸ਼ੁਰੂ ਹੋ ਜਾਣ। ਠੀਕ ਹੈ ਜੀ, ਅਲੱਗ ਥੋੜੀ ਡਿਸਕੰਟੀਨਿਊਟੀ ਮੈਨੂੰ ਉੱਥੇ ਵੀ ਦਿਖਣਾ ਸ਼ੁਰੂ ਹੋ ਜਾਏ ਤਾਂ ਕਿ ਮੈਂ ਫਿਰ ਉਸ ਭਾਸ਼ਾ ਨੂੰ ਕਹਾਂਗਾ ਕਲਾਸੀਕਲ। ਠੀਕ, ਇਹ ਦੋ ਸਟੇਟਮੈਂਟ, ਤਿੰਨ ਸਟੇਟਮੈਂਟ ਜਿਹੜੀ ਹੈਗੀਆਂ ਹਾਈਲੀ ਫੈਕਚੁਅਲ ਹੈ ਜੀ। ਇਹਦੇ ਵਾਸਤੇ ਤੁਹਾਨੂੰ ਜਾਣਕਾਰੀ ਪੱਕੀ ਹੋਣੀ ਚਾਹੀਦੀ ਹੈ ਕਿ ਲਿੰਗੁਇਸਟਿਕ ਐਕਸਪਰਟ ਕਮੇਟੀ ਨੇ ਕੀ ਕ੍ਰਾਈਟੇਰੀਆ ਰੱਖਿਆ ਸੀਗਾ, ਐਂਡ ਇਟ ਇਜ਼ ਵੈਰੀ ਇੰਪੋਰਟੈਂਟ, ਰਾਈਟ? ਸੋ ਐਨੀਵੇਜ਼, ਫॉर योर सिंपलिसिटी, ठीक है, ਤੁਹਾਡੇ ਵਾਸਤੇ ਮੈਂ ਜ਼ਿਆਦਾ ਇਹਨੂੰ ਕੰਪਲਿਕੇਟ ਨਹੀਂ ਕਰੂੰਗਾ। ਦ ਆਂਸਰ ਇਜ਼ 1 2 ਐਂਡ 3 ਆਲ ਆਫ ਦੀ ਅਬਵ। ਇਹ ਇੱਕ ਫੈਕਚੁਅਲ ਸਟੇਟਮੈਂਟ ਹੈ। ਠੀਕ ਹੈ, ਇਹਨੂੰ ਇਹ ਫੈਕਚੁਅਲ ਕੁਐਸਚਨ ਹੈ, ਇਹਨੂੰ ਆਪਾਂ ਇਨਫੋਰਮੇਸ਼ਨ ਦੇ ਤੌਰ ਤੇ ਹੀ ਪ੍ਰੋਸੈਸ ਕਰੀਏ। ਚਲਿਏ ਨੈਕਸਟ, consider the following statements with respect to constitutional provisions related to official language and mother tongue। all right, official language ਤੇ mother tongue ਯਾਨੀ ਕਿ ਮਾਤਰ ਭਾਸ਼ਾ ਦੀ ਗੱਲ ਹੋ ਰਹੀ ਹੈ। Article 350B provides for instruction in mother tongue at primary stage। all right, any change in official language of the state needs the approval of council of states। ਤੁਹਾਡੇ ਦਿਮਾਗ ਵਿੱਚ ਆਣਾ ਸ਼ੁਰੂ ਹੋ ਜਾਣਾ ਚਾਹੀਦਾ ਕਿ council of states ਕੀ ਹੁੰਦਾ ਹੈ। क्या मैं राज्यसभा की गल कर रहा? बिल्कुल मैं राज्यसभा की गल कर रहा हूं। Until Parliament provides otherwise, all proceedings in the Supreme Court and in every High Court are to be in English language only।
ਸੋ ਅਗੇਨ ਅ ਬਿਟ ਟ੍ਰਿਕੀ ਐਂਡ ਅ ਬਿਟ ਡਿਫਿਕਲਟ ਕੁਐਸਚਨ। ਪਹਿਲਾਂ ਤਾਂ ਆਪਾਂ ਗੱਲ ਕਰ ਰਹੀ ਹੈ ਆਰਟੀਕਲ 350 ਦੀ। ਜਿਨ੍ਹਾਂ ਨੇ ਇੱਕ ਵਾਰ ਰਿਵੀਜ਼ਨ ਕੀਤੀ ਹੋਗੀ ਉਹਨਾਂ ਨੂੰ ਪਤਾ ਹੋਗਾ ਕਿ ਆਰਟੀਕਲ 350 ਕੁਝ ਹੁੰਦਾ ਹੈ। ਮੇਬੀ ਲੈਂਗੁਏਜ ਨਾਲ ਡੀਲ ਕਰ ਰਿਹਾ ਤਾਂ ਹੋ ਸਕਦਾ ਕਿ ਪਹਿਲਾ ਸਟੇਟਮੈਂਟ ਕਰੈਕਟ ਹੋਵੇ, ਬਟ ਨਹੀਂ, ਆਰਟੀਕਲ 350 ਨਾ ਆਫਿਸਰ ਦੀ ਗੱਲ ਕਰਦਾ, ਸਪੈਸ਼ਲ ਆਫਿਸਰ ਦੀ, ਕਾਦੇ ਵਾਸਤੇ? ਲਿੰਗੁਇਸਟਿਕ ਮਾਈਨੋਰਿਟੀਜ਼ ਵਾਸਤੇ। ਆਰਟੀਕਲ 350 ਹੈ ਜੋ ਮਦਰ ਟੰਗ ਦੀ ਗੱਲ ਕਰਦਾ, ਠੀਕ ਹੈ, ਉਹ ਵੀ ਪ੍ਰਾਇਮਰੀ ਸਟੇਜ ਤੇ। तो ये ऑप्शन ए हो गया इनकरेक्ट। देन एनी चेंज इन द ऑफिशियल लैंग्वेज ऑफ अ स्टेट नीड्स द अप्रूवल ऑफ काउंसिल ऑफ स्टेट्स। खुद सोचो यार, ये फैक्चुअल स्टेटमेंट बाद च एक जनरल स्टेटमेंट पहला है। जनरल स्टेटमेंट की है, कॉमन सेंस बेस्ड क्वेश्चन है जी। क्यों? देखो, एनी चेंज इन ऑफिशियल लैंग्वेज ऑफ स्टेट नीड्स द अप्रूवल ऑफ काउंसिल ऑफ स्टेट्स। यानी कि राज्यसभा अप्रूव करूगी ਤਾਂ ਜਾ ਕੇ ਕਿਸੇ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਚੇਂਜ ਹੋ ਸਕਦੀ ਹੈ। ਇਹ ਤਾਂ ਆਪਣੇ ਆਪ 'ਚ ਬੜੀ ਬੇਤੁਕੀ ਗੱਲ ਹੋਈ ਹੈ। ਇਹ ਤਾਂ ਆਪ ਸੋਚੋ ਕਿ ਸੈਕਿੰਡ ਸਟੇਟਮੈਂਟ ਜਿਹੜੀ ਹੈਗੀ ਹੈ, ਇਟ ਇਜ਼ ਸਟ੍ਰੇਟ ਅਵੇ ਇਨ ਕਨਫਲਿਕਟ ਵਿਦ ਦ ਫੈਡਰਲ ਪ੍ਰਿੰਸੀਪਲਸ। ਫੈਡਰਲ ਪ੍ਰਿੰਸੀਪਲਸ ਨੂੰ ਡਿਸਟਰੋਏ ਕਰ ਰਹੀ ਹੈ ਸਟੇਟ, ਇਹ ਸਟੇਟਮੈਂਟ। ਤੁਸੀਂ ਸਟੇਟਮੈਂਟ 2 ਨੂੰ ਵੀ ਰੋਂਗ ਕਰੋਗੇ ਜੋ ਕਿ ਐਬਸੋਲੂਟਲੀ ਇਨਕਰੈਕਟ ਹੈ। ਆ ਲਓ, ਦ ਮੂਮੈਂਟ ਯੂ ਮਾਰਕ ਸਟੇਟਮੈਂਟ 2 ਇਜ਼ ਇਨਕਰੈਕਟ ਤਾਂ ਯੂ ਆਰ ਲੈਫਟ ਵਿਦ these two options। ਤੁਸੀਂ ਆਪਣੀ ਕੁਐਸਚਨ ਨੂੰ ਸਹੀ ਕਰਨ ਦੀ ਜਿਹੜੀ ਪੋਸਿਬਿਲਿਟੀ ਹੈ, ਪ੍ਰੋਬੇਬਿਲਿਟੀ ਦੀ ਗੱਲ ਕਰਾਂ ਤਾਂ 50% ਲੈ ਕੇ ਆ ਗਏ ਹੋ, ਵਧਾ ਲਿਓ ਤੁਸੀਂ, just by eliminating one statement। Now let's read the third statement। Until Parliament provides otherwise, all proceedings in the Supreme Court and in every High Court are to be in English language only। ਯਾਰ ਇਹ ਨਾ ਸਹੀ ਗੱਲ ਹੈ, ਇਹ ਸਹੀ ਗੱਲ ਹੈ, ਠੀਕ ਹੈ ਜੀ। ਤੇ ਜਿਹੜਾ ਆਪਾਂ ਉੱਤੇ ਗੱਲ ਕੀਤੀ ਸੀਗੀ ਸਟੇਟਮੈਂਟ 1 ਨਾਲ ਲਿੰਕਡ, ਉਹ ਇਨਕਰੈਕਟ ਸੀਗੀ। ਤਾਂ ਆਪਣਾ ਜਿਹੜਾ ਸਹੀ ਆਨਸਰ ਬਣਦਾ ਉਹ ਬਣਦਾ ਸਿਰਫ 3 ਓਨਲੀ, ਦੈਟ ਇਜ਼ ਆਪਸ਼ਨ ਏ। ਠੀਕ ਹੈ। ਪਾਰਲੀਮੈਂਟ ਆਪਾਂ ਕੋਡ ਦੀ ਗੱਲ ਕਰਦੇ ਹਾਂ ਨਾ, ਕੋਡ ਤੇ ਆਫੀਸ਼ੀਅਲ ਪਰਪਸਿਸ ਵਾਸਤੇ ਆਪਾਂ ਗੱਲ ਕਰਦੇ ਹਾਂ, ਤਾਂ ਉੱਥੇ ਯੂ ਵਿਲ ਸੀ ਕਿ ਇੰਗਲਿਸ਼ ਲੈਂਗੁਏਜ ਹੀ ਪ੍ਰਡੋਮੀਨੈਂਟਲੀ ਫੋਲੋ ਕੀਤੀ ਜਾਂਦੀ। ਠੀਕ ਹੈ ਜੀ। ਸੋ next question, consider the following statements। A state can adopt any language not enumerated in 8th schedule of constitution as its official language। ਯਾਰ ਆਪਣੇ constitution ਦੇ ਵਿੱਚ ਟੋਟਲ 12 schedules ਨੇ, ਠੀਕ ਹੈ ਜੀ। ਪਹਿਲਾਂ 8 ਸੀਗੇ, ਹੁਣ ਆਪਾਂ ਵਧਾ ਕੇ ਅਮੈਂਡਮੈਂਟਸ ਦੇ ਥਰੂ 12 ਹੋ ਚੁੱਕੇ। ਉਹਨਾਂ ਵਿੱਚੋਂ 8th schedule ਜਿਹੜਾ ਹੈਗਾ ਉਹ ਗੱਲ ਕਰਦਾ ਹੈ ਅਬਾਊਟ ਦ official languages। ਟੋਟਲ ਆਪਣੇ ਕੋਲ 22 official languages ਨੇ ਜੀ, ਜੋ ਉਸ ਆਪਣਾ 8th schedule ਦਾ ਪਾਰਟ ਬਣਦੀ। ਸੋ ਜੇ ਕੋਈ ਸਟੇਟ ਚਾਹਵੇ, ਠੀਕ ਹੈ, ਕਿ ਅਸੀਂ ਆਪਣੀ ਕੋਈ ਇਹੋ ਜਿਹੀ ਲੈਂਗੁਏਜ ਅਡੋਪਟ ਕਰਨਾ ਚਾਹੁੰਦੇ ਆ ਜੋ ਉਹਨਾਂ 22 ਲੈਂਗੁਏਜਸ ਦਾ ਪਾਰਟ ਨਹੀਂ ਹੈਗੀ, ਠੀਕ ਹੈ। ਅ ਸਟੇਟ ਕੈਨ ਅਡੋਪਟ ਐਨੀ ਲੈਂਗੁਏਜ ਨਾਟ ਐਨੂਮਰੇਟਡ ਇਨ ਦ 8th ਸ਼ਡਿਊਲ ਆਫ ਦ ਕਨਸਟੀਟਿਊਸ਼ਨ ਐਜ਼ ਇਟਸ ਆਫੀਸ਼ੀਅਲ ਲੈਂਗੁਏਜ। ਆਪਾਂ ਗੱਲ ਕਰੀਏ ਸਟੇਟਸ ਇੰਡੀਆ ਦੇ ਵਿੱਚ ਵੱਧ ਨੇ, ਪਰ ਲੈਂਗੁਏਜਸ ਦੀ ਗੱਲ ਕਰੀਏ ਆਫੀਸ਼ੀਅਲ ਲੈਂਗੁਏਜਸ ਜੋ ਕਿ 8th ਸ਼ਡਿਊਲ ਦਾ ਪਾਰਟ ਹੈ, ਉਹ ਤਾਂ ਘੱਟ ਨੇ। ਤੇ ਜੇ ਸਟੇਟ ਚਾਹਵੇ ਆਪਣੇ ਵਾਸਤੇ ਉਹ ਇੱਕ ਨਵੀਂ ਲੈਂਗੁਏਜ ਅਡੋਪਟ ਕਰ ਸਕਦੀ ਹੈ ਆਫੀਸ਼ੀਅਲ ਪਰਪਸ ਵਾਸਤੇ, ਤਾਂ ਇਹ ਕੋਈ ਲਿਮਿਟੇਸ਼ਨ ਨਹੀਂ ਹੈਗੀ ਸਟੇਟ ਦੇ ਉੱਤੇ ਕਿ ਤੁਸੀਂ ਗੱਲ ਕਰੋ ਕਿ 8th ਸ਼ਡਿਊਲ ਦੇ ਵਿੱਚ ਜਿਹੜੀ ਲੈਂਗੁਏਜਸ ਨੇ ਉਹੀ ਆਫੀਸ਼ੀਅਲ ਲੈਂਗੁਏਜਸ ਬਣ ਸਕਦੀਆਂ, ਉਹੀ ਸਟੇਟ ਅਡੋਪਟ ਕਰ ਸਕਦੀ ਹੈ, ਬਿਲਕੁਲ ਵੀ ਨਹੀਂ। ਤਾਂ ਸਟੇਟਮੈਂਟ 1 ਇਜ਼ ਐਬਸੋਲੂਟਲੀ ਇਨਕਰੈਕਟ। Either English or any language along with English should be the link language for communication between two states। ਹੁਣ ਇਹ ਸਟੇਟਮੈਂਟ ਪ੍ਰੋਬਲਮੈਟਿਕ ਹੈ। ਕਿਉਂ ਯਾਰ? ਉਰੇ ਲੈਂਗੁਏਜ ਦੇਖੋ ਸਟੇਟਮੈਂਟ ਦੀ, ਸ਼ੁੱਡ ਵੁੱਡ ਦੀ ਵੀ ਗੱਲ ਨਹੀਂ ਕਰ ਰਹੇ, ਸ਼ੁੱਡ ਦੀ ਗੱਲ ਕਰ ਰਹੇ ਹੈ। ਇੱਕ ਇੰਪੋਜ਼ ਕਰ ਰਹੇ ਕਿਸੇ ਸਟੇਟ ਦੇ ਉੱਤੇ ਕਿ ਯਾਰ ਜਾਂ ਤਾਂ ਤੁਸੀਂ ਇੰਗਲਿਸ਼ 'ਚ ਗੱਲ ਕਰੋਗੇ, ਠੀਕ ਹੈ, ਜਾਂ ਇੰਗਲਿਸ਼ ਦੇ ਨਾਲ ਕੋਈ ਹੋਰ ਲੈਂਗੁਏਜ ਹੋਊਗੀ ਉਹਦੇ 'ਚ ਗੱਲ ਕਰੋਗੇ। ਆਰਟੀਕਲ 346 ਨੂੰ ਆਪਾਂ ਪੜ੍ਹੀਏ ਤਾਂ ਆਪਾਂ ਨੂੰ ਕਰੈਕਟਲੀ ਬਿਲਕੁਲ ਪਤਾ ਲੱਗਦਾ ਕਿ ਜਦੋਂ ਆਪਣਾ ਕਨਸਟੀਟਿਊਸ਼ਨ ਇਨੈਕਟ ਕੀਤਾ ਗਿਆ ਸੀਗਾ ਉਸ ਟਾਈਮ ਤੇ ਜੋ ਆਫੀਸ਼ੀਅਲ ਲੈਂਗੁਏਜ ਜੋ ਸੀਗੀ ਸਟੇਟਸ ਉਹਦੇ ਵਿੱਚ ਕਮਿਊਨੀਕੇਟ ਕਰ ਸਕਦੇ ਆ। ਹਾਂ, ਜੇ ਸਟੇਟਸ ਰਾਜੀ ਨੇ ਤਾਂ ਉਸ ਤੋਂ ਇਲਾਵਾ ਉਹ ਹਿੰਦੀ ਦੇ ਵਿੱਚ ਆਪਸ 'ਚ ਕਮਿਊਨੀਕੇਟ ਕਰ ਸਕਦੇ, ਨਾਟ ਐਨੀ ਅਦਰ। ਐਂਡ ਇਨਫੈਕਟ ਗੱਲ ਕਰੀਏ ਆਪਾਂ ਸ਼ੁੱਡ ਦੀ ਤਾਂ ਗੱਲ ਹੋ ਹੀ ਨਹੀਂ ਸਕਦੀ ਉਰੇ, ਠੀਕ ਹੈ। ਤਾਂ ਆਪਸ਼ਨ 2 ਇਜ਼ ਆਲਸੋ ਇਨਕਰੈਕਟ। ਸੋ ਅੱਛਾ, ਆਪਾਂ ਜੇ ਸਟੇਟਮੈਂਟ 1 ਦੀ ਗੱਲ ਕਰ ਰਹੇ ਸੀ ਨਾ, ਸਟੇਟ ਕੈਨ ਅਡੋਪਟ, ਹਾਂ ਯਾਰ ਬਿਲਕੁਲ ਸਹੀ ਹੈ। ਮੈਂ ਸ਼ਾਇਦ ਪਹਿਲਾਂ ਰੀਜ਼ਨਿੰਗ ਸਹੀ ਦੇਤੀ, ਹੋ ਸਕਦਾ ਕਿ ਮੈਂ ਉਰੇ ਇਨਕਰੈਕਟ ਮਾਰਕ ਕਰਤਾ ਹੋਵੇ। ਦਿਸ ਇਜ਼ ਕਰੈਕਟ। A state can adopt any language not enumerated in the 8th schedule of the constitution as its official language। ਹਾਂ, ਕਰ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ 8th schedule ਦੇ ਨਾਲ ਹੀ ਲਿਮਿਟ ਰੱਖਣਾ ਆਪਣੇ ਆਪ ਨੂੰ, ਕਿਸੇ ਹੋਰ ਨਾਲ ਵੀ ਕਰ ਸਕਦੀ ਹੈ। All proceedings in the Supreme Court have to be held in English only।
ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਪ੍ਰੋਸੀਡਿੰਗਸ ਹੋ ਸਕਦੀ, ਕਿਸੇ ਹੋਰ ਲੈਂਗੁਏਜ ਵਿੱਚ ਨਹੀਂ ਹੋ ਸਕਦੀ। ਉਰੇ ਗੱਲ ਹੋ ਰਹੀ ਹੈ ਸੁਪਰੀਮ ਕੋਰਟ, ਐਂਡ ਦਿਸ ਸਟੇਟਮੈਂਟ ਇਜ਼ ਕਰੈਕਟ। ਸੋ ਦ ਕਰੈਕਟ ਆਂਸਰ ਇਜ਼ B, 1 and 3 right option. Next, consider the following statements regarding special officer for linguistic minorities. Constitution provides for the office of special officer for linguistic minorities in each state. Each state ਦੀ ਗੱਲ ਕਰਤੀ ਜੀ ਉਰੇ, each state. ਦਿਸ ਇਜ਼ ਅਗੇਨ, ਤੁਸੀਂ ਜੇ ਆਪਾਂ ਦੇਖੋ ਥੋੜੀ ਜਿਹੀ ਐਕਸਟ੍ਰੀਮ ਸਟੇਟਮੈਂਟ ਦੀ ਗੱਲ ਕਰੀਏ ਕਿ ਹਰੇਕ ਸਟੇਟ ਦੇ ਵਿੱਚ ਇੱਕ ਸਪੈਸ਼ਲ ਆਫਿਸਰ ਹੋਣਾ ਚਾਹੀਦਾ ਲਿੰਗੁਇਸਟਿਕ ਮਾਈਨੋਰਿਟੀਜ਼ ਵਾਸਤੇ। Only persons having experience of more than 10 years in the field of minority welfare can be appointed to the office. ਯਾਰ ਬਹੁਤ ਨਾ ਬੜੀ ਜਿਹੜੀ ਗੱਲ ਕਰ ਰਹੇ ਹੈ ਕਿ ਜਦ ਤੱਕ ਕਿਸੇ ਦਾ 10 ਸਾਲ ਦਾ ਘੱਟੋ ਘੱਟ ਤਜਰਬਾ ਨਹੀਂ ਹੋਊਗਾ ਮਾਈਨੋਰਿਟੀ ਵੈਲਫੇਅਰ ਦੇ ਵਿੱਚ, ਉਹੀ ਇੱਕ ਐਕਸਪੀਰੀਅੰਸ, ਉਹੀ ਇੱਕ ਪਰਸਨ ਹੋਊਗਾ ਜਿਹੜਾ ਐਲੀਜੀਬਲ ਹੋਊਗਾ ਫॉर द ਆਫਿਸ ਆਫ ਸਪੈਸ਼ਲ ਆਫਿਸਰ ਫॉर ਲਿੰਗੁਇਸਟਿਕ ਮਾਈਨੋਰਿਟੀ। ਦਿਸ ਇਜ਼ ਇਨਕਰੈਕਟ। ਐਂਡ ਹਰ ਸਟੇਟ ਵਾਸਤੇ ਨਹੀਂ ਹੈਗੀ ਬਾਈ, ਸਪੈਸ਼ਲ ਆਫਿਸਰ ਬਣਾਇਆ ਜਾਂਦਾ ਹੈ ਫॉर ਲਿੰਗੁਇਸਟਿਕ ਮਾਈਨੋਰਿਟੀਜ਼ ਐਟ ਯੂਨੀਅਨ ਗਵਰਨਮੈਂਟ ਬਣਾ ਰਹੀ ਹੈ, ਹਰ ਸਟੇਟ ਦੇ ਵਿੱਚ ਨਹੀਂ ਬਣਨ ਲੱਗਿਆ ਉਹ। ਤਾਂ ਦ ਕਰੈਕਟ ਆਂਸਰ ਓਵਰ ਹੇਅਰ ਇਜ਼ ਨੀਦਰ 1 ਐਂਡ ਨੀਦਰ ਯਾ ਨॉट 2। ਸੋ next, consider the following statements. Linguistic minorities are determined in India on a state to state basis. All right. Second, for recognition as linguistic minority, the language of minority group needs to be included in the 8th schedule of the constitution. कि 8th schedule ਦੇ ਵਿੱਚ ਜਿਹੜੀ 22 languages ਨੇ ਉਹਨਾਂ ਦੇ ਵਿੱਚ ਆਣਾ ਚਾਹੀਦਾ, ਠੀਕ ਹੈ। Third, competence to notify a community as a minority community at national level in India lies only with the central government. ਥਰਡ ਸਟੇਟਮੈਂਟ ਦੀ ਆਪਾਂ ਗੱਲ ਕਰੀਏ ਥੋੜਾ ਕਨਫਿਊਜ਼ਿੰਗ ਹੋ ਸਕਦਾ, ਪਰ ਆਉਰੇ ਆਪਾਂ ਗੱਲ ਕਰਨ ਵਾਲੇ ਆਪਾਂ ਲੈਟਸ ਸੇ ਰਿਲੀਜੀਅਸ ਮਾਈਨੋਰਿਟੀਜ਼ ਤੇ, ਰਿਲੀਜੀਅਸ ਮਾਈਨੋਰਿਟੀਜ਼ ਤੇ ਉੱਤੇ ਆਪਾਂ ਗੱਲ ਕਰ ਰਹੇ ਲਿੰਗੁਇਸਟਿਕ ਮਾਈਨੋਰਿਟੀ। ਸੋ ਆਪਸ਼ਨ 1 ਜਾਂ ਸਟੇਟਮੈਂਟ 1 ਕੀ ਕਹਿੰਦਾ, ਲਿੰਗੁਇਸਟਿਕ ਮਾਈਨੋਰਿਟੀ ਆਰ ਡਿਟਰਮਾਈਨਡ ਇਨ ਸਟੇਟ ਇਨ ਇੰਡੀਆ ਔਨ ਅ ਸਟੇਟ ਟੂ ਸਟੇਟ ਬੇਸਿਸ। ਕਿਵੇਂ ਕੀ ਕਨਵੇ ਹੁੰਦਾ ਹੈ ਜਦੋਂ ਤੁਸੀਂ ਇਸ ਸਟੇਟਮੈਂਟ ਨੂੰ ਪੜੋਗੇ, ਤੁਹਾਨੂੰ ਕੀ ਕਨਵੇ ਹੋ ਰਿਹਾ? ਰੀਅਲਿਸਟਿਕਲੀ ਸੋਚੋ ਇਹਦਾ ਕਿ ਕੀ ਪਰਪਸ ਹੋ ਸਕਦਾ, ਮਤਲਬ ਰੈਸ਼ਨਲ ਵੀ ਕੀ ਬਣਦਾ। ਆਪ ਖੁਦ ਇਮੇਜਿਨ ਕਰੋ ਕਿ ਪੰਜਾਬ ਦੇ ਵਿੱਚ ਪੰਜਾਬੀ ਲੈਂਗੁਏਜ ਜਿਹੜੀ ਹੈਗੀ ਹੈ ਉਹ ਮੈਜੋਰਿਟੀ ਲੈਂਗੁਏਜ ਹੈ, ਠੀਕ ਹੈ ਜੀ। ਪਰ ਹਾਂ ਤੁਸੀਂ ਜੰਮੂ ਕਸ਼ਮੀਰ ਚਲੇ ਜਾਓਗੇ, ਉੱਥੇ ਪੰਜਾਬ ਜਿਹੜੀ ਹੈ ਪੰਜਾਬੀ ਜਿਹੜੀ ਹੈਗੀ ਮਾਈਨੋਰਿਟੀ ਦੇ ਵਿੱਚ ਆ ਜਾਊਗੀ। ਤੁਸੀਂ ਹਰਿਆਣਾ ਚਲੇ ਜਾਓਗੇ, ਉੱਥੇ ਮਾਈਨੋਰਿਟੀ ਦੇ ਵਿੱਚ ਆ ਜਾਊਗੀ, ਠੀਕ ਹੈ। ਤੁਸੀਂ ਰਾਜਸਥਾਨ ਚਲੇ ਜਾਓਗੇ, ਉੱਥੇ ਮਾਈਨੋਰਿਟੀ ਦੇ ਵਿੱਚ ਆਊਗਾ, ਪੰਜਾਬ ਦੇ ਵਿੱਚ ਮਾਈਨੋਰਿਟੀ ਦੇ ਵਿੱਚ ਨਹੀਂ ਹੋਣੀ। ਤਾਂ ਅਗੇਨ ਜੇ ਤੁਸੀਂ ਨੈਸ਼ਨਲ ਲੈਵਲ ਤੇ ਗੱਲ ਕਰੋਗੇ ਤਾਂ ਗੱਲਾਂ ਹੋਰ ਹੋ ਜਾਣੀਆਂ। ਲਿੰਗੁਇਸਟਿਕ ਮਾਈਨੋਰਿਟੀਜ਼ ਜਿਹੜੀ ਹੁੰਦੀ ਹੈ ਪੰਜਾਬ ਦੇ ਵਿੱਚ ਗੱਲ ਕਰੋ ਕਿ ਪੰਜਾਬ ਦੇ ਵਿੱਚ ਪੰਜਾਬੀ ਹੈਗੀ ਹੈ, ਤਾਂ ਲਿੰਗੁਇਸਟਿਕ ਮਾਈਨੋਰਿਟੀ ਨਹੀਂ ਹੋ ਸਕਦੀ, ਉਹ ਕਿਸੇ ਹੋਰ ਸਟੇਟ ਦੇ ਵਿੱਚ ਲਿੰਗੁਇਸਟਿਕ ਮਾਈਨੋਰਿਟੀ ਹੋ ਸਕਦੀ ਹੈ। ਸੋ ਲਿੰਗੁਇਸਟਿਕ ਮਾਈਨੋਰਿਟੀਜ਼ ਆਰ ਡਿਟਰਮਾਈਨਡ ਇਨ ਇੰਡੀਆ ਔਨ ਸਟੇਟ ਟੂ ਸਟੇਟ ਬੇਸਿਸ। ਯੈਸ, ਦਿਸ ਇਜ਼ ਕਰੈਕਟ। ਸੋ ਸੈਕੰਡ ਆਪਸ਼ਨ ਕਿ ਕਿਸੇ ਵੀ ਲਿੰਗੁਇਸਟਿਕ ਮਾਈਨੋਰਿਟੀ ਨੂੰ ਰੈਕਗਨਾਈਜ਼ ਕਰਨ ਵਾਸਤੇ ਆਪਾਂ ਦੇਖਣਾ ਕਿ ਉਹਨਾਂ ਦੀ ਲੈਂਗੁਏਜ ਜਿਹੜੀ ਹੈਗੀ ਹੈ ਉਹ 8th ਸ਼ਡਿਊਲ ਦੇ ਵਿੱਚ ਆ ਰਹੀ ਹੈ। ਦਿਸ ਇਜ਼ ਐਬਸੋਲੂਟਲੀ ਇਨਕਰੈਕਟ। ਕਿਉਂ? ਕਿਉਂਕਿ ਤੁਸੀਂ ਦੇਖੋ ਕਿ ਜਿਹੜਾ 8th ਸ਼ਡਿਊਲ ਹੈ ਉਹਦੇ ਵਿੱਚ ਤਾਂ ਬਹੁਤ ਸਾਰੀ ਲੈਂਗੁਏਜਸ ਆ ਰਹੀਆਂ, ਠੀਕ ਹੈ। ਆਪਾਂ ਤਮਿਲ ਦੀ ਗੱਲ ਕਰ ਲਈ, ਰਾਈਟ, ਪਿੱਛੇ ਆਪਣੀ ਸਲਾਈਡਸ ਦੇ ਵਿੱਚ ਹੀ ਗੱਲ ਕੀਤੀ, ਆਪਾਂ ਕੰਨੜ ਦੀ ਗੱਲ ਕੀਤੀ ਹੋਈ ਹੈ, ਹਨਾ। ਇਹ ਤਾਂ ਬਹੁਤ ਵੱਡੀ ਵੱਡੀ ਲੈਂਗੁਏਜਸ ਹੈ। ਜੇ ਆਪਾਂ ਗੱਲ ਕਰੀਏ ਲਿੰਗੁਇਸਟਿਕ ਮਾਈਨੋਰਿਟੀ ਦੀ ਗੱਲ ਕਰੀਏ, ਉਹ ਗਰੁੱਪਸ ਵੀ ਹੋ ਸਕਦੇ ਆ ਜਿਨ੍ਹਾਂ ਦੀ ਲੈਂਗੁਏਜ ਰੈਕਗਨਾਈਜ਼ ਨਾ ਹੋਵੇ 8th ਸ਼ਡਿਊਲ ਦੇ ਵਿੱਚ, ਤਾਂ ਇਹ ਕੋਈ ਬਾਰ ਨਹੀਂ ਹੋਣਾ ਚਾਹੀਦਾ। ਆਪਸ਼ਨ 2 ਇਜ਼ ਇਨਕਰੈਕਟ। ਥਰਡ, ਕੰਪੀਟੈਂਸ ਟੂ ਨੋਟੀਫਾਈ ਅ ਕਮਿਊਨਿਟੀ ਐਜ਼ ਅ ਰਿਲੀਜੀਅਸ ਮਾਈਨੋਰਿਟੀ। ਅਗੇਨ ਮਾਈਨੋਰਿਟੀ ਦੀ ਗੱਲ ਕਰ ਰਹੇ ਤਾਂ ਰਿਲੀਜੀਅਸ ਦੀ ਸੋਚੋ ਰਹੇ। ਐਟ ਨੈਸ਼ਨਲ ਲੈਵਲ ਇਨ ਇੰਡੀਆ ਲਾਈਜ਼ ਓਨਲੀ ਵਿਦ ਦ ਸੈਂਟਰਲ ਗਵਰਨਮੈਂਟ। ਦਿਸ ਇਜ਼ ਕਰੈਕਟ। ਤਾਂ ਤੁਸੀਂ ਜੇ ਇਸ ਇਸ ਕੁਐਸਚਨ ਨੂੰ ਸੋਲਵ ਕਰਨਾ ਸੀਗਾ ਤਾਂ ਐਲੀਮੀਨੇਸ਼ਨ ਵੀ ਇੱਕ ਤਰੀਕਾ ਸੀਗਾ ਕਿ ਸੈਕੰਡ ਸਟੇਟਮੈਂਟ ਨੂੰ ਹਟਾਓ ਤਾਂ ਆਟੋਮੈਟਿਕਲੀ ਯੂ ਆਰ ਲੈਫਟ ਵਿਦ ਓਨਲੀ ਵਨ ਸਟੇਟਮੈਂਟ। ਦਿਸ ਇਜ਼ ਓਨਲੀ ਸੀ ਆਪਸ਼ਨ 1 and 3 ਓਨ। ਤਾਂ ਵੈਸੇ ਵੀ ਜੇ ਤੁਹਾਨੂੰ ਪਤਾ ਹੈ ਤਾਂ ਫਸਟ ਤੇ ਥਰਡ ਤਾਂ ਕਰੈਕਟ ਹੈ ਹੀ ਹੈ। Consider the following statements with reference to the 8th schedule of the Indian Constitution. It originally contained 14 languages. Now this is a fact-based question. The Constitution, 21st Amendment 1967 added Sindhi to the 8th schedule. Sindhi language to the 8th schedule. Third, Bodo, Santhali, Maithili, Dogri were added in 2003. The total number of languages in 8th schedule at present is 24. ਹੁਣ ਇਹ ਫੈਕਟ ਬੇਸਡ ਕੁਐਸਚਨ ਹੈ ਜੀ, ਇਹਦੇ ਵਿੱਚ ਤੁਸੀਂ ਜਨਰਲ ਆਈਡੀਆ ਨਹੀਂ ਲਗਾ ਪਾਓਗੇ, ਠੀਕ ਹੈ ਜੀ। ਤਾਂ ਜਿਹੜੇ ਤੀਰ ਤੁੱਕੇ ਆਪਾਂ ਵੈਸੇ ਲਾ ਲੈਂਦੇ ਹਾਂ ਉਹ ਉਰੇ ਨਹੀਂ ਲੱਗਣੇ ਹੈਗੇ।
ਉਰੇ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਟ ਓਰੀਜਨਲੀ ਕੰਟੇਨਡ 8 ਸ਼ਡਿਊਲ ਦੀ ਗੱਲ ਕਰੀਏ, did it have 14 languages? Yes, it had 14 languages, definitely. The Constitution 21st Amendment 1967 added Sindhi to the 8th schedule. This is correct. 3 ਮੇਜਰ ਅਮੈਂਡਮੈਂਟਸ ਹੋਈਆਂ ਜੀ। ਮੈਂ ਗੱਲ ਕਰਾਂ 21st ਦੀ ਗੱਲ ਕਰ ਸਕਦੇ ਹਾਂ ਆਪਾਂ, 71st ਦੀ ਗੱਲ ਕਰਦੇ ਹਾਂ ਐਂਡ 92nd ਦੀ ਗੱਲ ਕਰਦੇ ਹਾਂ, ਜੋ ਡੀਲ ਕਰਦੀਆਂ ਵਿਦ ਅਮੈਂਡਮੈਂਟਸ ਰਿਲੇਟਡ ਟੂ 8th ਸ਼ਡਿਊਲ 21st 71st ਐਂਡ 92nd। ਸੋ ਹੁਣ ਤੁਹਾਡਾ ਇੱਕ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਕਿ 71st ਅਮੈਂਡਮੈਂਟ ਦੇ ਤਹਿਤ ਕਿਹੜੀ ਕਿਹੜੀ ਲੈਂਗੁਏਜਸ ਸੀਗੀਆਂ ਜੋ 8th ਸ਼ਡਿਊਲ ਦੇ ਵਿੱਚ ਆਈਆਂ ਸੀਗੀਆਂ, ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਜੀ। ਠੀਕ ਹੈ, ਜਿਹੜੀ ਆਪਾਂ ਗੱਲ ਕਰ ਰਹੇ ਬੋਡੋ, ਸੰਥਲੀ, ਮੈਥਲੀ, ਡੋਗਰੀ ਦੀ 2003 ਦੇ ਵਿੱਚ ਐਡ ਹੋਈ ਸੀਗੀ, ਬਿਲਕੁਲ ਹੋਈ ਸੀਗੀ। ਆਹ 92nd ਅਮੈਂਡਮੈਂਟ ਦੇ ਤਹਿਤ ਐਡ ਹੋਈਆਂ ਸੀਗੀਆਂ 92nd ਦੇ ਤਹਿਤ। Then comes the last statement, the total number of languages in 8th schedule at present is 24। 24 ਲੈਂਗੁਏਜਸ ਨੇ। ਦਿਸ ਇਜ਼ ਇਨਕਰੈਕਟ। ਕਿਉਂ? ਅੱਜ ਦੇ ਟਾਈਮ ਤੇ 22 ਲੈਂਗੁਏਜਸ ਨੇ ਜੀ ਜੋ 8th ਸ਼ਡਿਊਲ ਦਾ ਪਾਰਟ ਬਣ ਰਹੀ ਹੈ। 14 ਪਹਿਲਾਂ ਤੋਂ ਸੀਗੀਆਂ, ਬਾਅਦ ਵਿੱਚ ਐਡ ਹੋਣੀ ਸ਼ੁਰੂ ਹੋਈਆਂ ਸੀਗੀਆਂ। ਠੀਕ ਹੈ ਜੀ, ਜਿਵੇਂ ਕਿ ਆਪਾਂ ਉਰੇ ਗੱਲ ਕਰੀਏ, ਲੈਟਸ ਸੇ ਆਪਾਂ ਗੱਲ ਕਰ ਰਹੇ ਹਾਂ ਸਿੰਧੀ ਦੀ ਗੱਲ ਕਰਦੇ ਹਾਂ। ਠੀਕ, ਦੈਨ ਅਗੇਨ ਜੋ ਤੁਸੀਂ 3 ਲੈਂਗੁਏਜਸ ਬਾਰੇ ਮੈਨੂੰ ਦੱਸਣਾ ਹੈ, ਕਿਹੜੀ ਕਿਹੜੀ ਲੈਂਗੁਏਜਸ ਸੀਗੀਆਂ ਜੋ 71st ਦੇ ਤਹਿਤ ਆਈਆਂ ਸੀਗੀਆਂ। ਉਸ ਤੋਂ ਬਾਅਦ ਜਿਹੜੀ ਉਰੇ ਬੋਡੋ, ਸੰਥਲੀ, ਮੈਥਲੀ ਐਂਡ ਡੋਗਰੀ, ਇਹ 4 ਲੈਂਗੁਏਜਸ ਹੈ। ਤਾਂ ਟੋਟਲ 8 ਲੈਂਗੁਏਜਸ ਜਿਹੜੀ ਸੀਗੀਆਂ ਉਹ ਅਮੈਂਡਮੈਂਟਸ ਦੇ ਤਹਿਤ ਐਡ ਹੋਈਆਂ ਸੀਗੀਆਂ। ਤਾਂ 14 ਵਿੱਚ ਆਪਾਂ ਐਡ ਕਰੀਏ ਤਾਂ 22 ਲੈਂਗੁਏਜਸ ਬਣਦਾ, ਨਾ ਕਿ 24। ਸੋ ਓਨਲੀ 3 is the right answer. C option is the correct answer. With reference to the declaration of languages as classical by Government of India, arrange the following languages in the correct chronological order of their official recognition. This can be a very important question ਜੋ static base ਤੇ ਪੁੱਛਿਆ ਜਾ ਸਕਦਾ ਕਿ ਅਰੇਂਜ ਕਰੋ ਕਿ ਸਭ ਤੋਂ ਪਹਿਲਾਂ ਕਿਹੜੀ ਲੈਂਗੁਏਜ ਆਈ ਸੀਗੀ, ਉਸ ਤੋਂ ਬਾਅਦ ਕਿਹੜੀ ਆਈ, ਉਸ ਤੋਂ ਬਾਅਦ ਕਿਹੜੀ ਆਈ, ਉਸ ਤੋਂ ਬਾਅਦ ਕਿਹੜੀ ਆਈ ਆਫੀਸ਼ੀਅਲ ਲੈਂਗੁਏਜ ਜੇ ਆਪਾਂ ਗੱਲ ਕਲਾਸੀਕਲ ਲੈਂਗੁਏਜ ਦੀ ਕੈਟੇਗਰੀ ਦੇ ਵਿੱਚ। ਸੋ ਇਹਦੇ ਵਿੱਚ ਤਮਿਲ ਜਿਹੜੀ ਲੈਂਗੁਏਜ ਹੈਗੀ ਆ ਉਹ ਸਭ ਤੋਂ ਪਹਿਲਾਂ ਡਿਕਲੇਅਰ ਹੋਈ ਗਈ, ਦੈਨ ਸੰਸਕ੍ਰਿਤ, ਦੈਨ ਤੇਲਗੂ। ਜਦ ਮੈਂ ਇਹ 3 ਚੀਜ਼ਾਂ ਯਾਦ ਕਰ ਲੂੰਗਾ, ਤਮਿਲ, ਸੰਸਕ੍ਰਿਤ, ਤੇਲਗੂ, ਤਾਂ ਮੈਨੂੰ ਪਤਾ ਕਿ ਤਮਿਲ ਹੈ, ਉਸ ਤੋਂ ਬਾਅਦ ਸੰਸਕ੍ਰਿਤ ਹੈ, ਉਸ ਤੋਂ ਬਾਅਦ ਤੇਲਗੂ। 2 4 5 2 4 5 ਮੈਂ ਉਰੇ ਦੇਖ ਪਾ ਰਿਹਾ, ਹਾਂਜੀ ਮੈਂ ਬੀ ਆਪਸ਼ਨ ਦੇ ਵਿੱਚ ਦੇਖ ਪਾ ਰਿਹਾ ਤੇ ਮੈਂ ਡੀ ਆਪਸ਼ਨ ਦੇ ਵਿੱਚ ਦੇਖ ਪਾ ਰਿਹਾ। ਆਲ ਰਾਈਟ, ਅੱਗੇ ਮੈਨੂੰ ਕੁਝ ਹੋਰ ਜਾਣਕਾਰੀ ਦੀ ਵੀ ਲੋੜ ਹੈਗੀ ਹੈ। ਮੈਨੂੰ ਇਹ ਵੀ ਜਾਣਨਾ ਕਿ ਯਾਰ ਬਾਕੀ ਜਿਹੜੀ ਬਚੀਆਂ ਹੈਗੀਆਂ ਉਹਨਾਂ ਵਿੱਚੋਂ ਕਿਹੜੀ ਪਹਿਲਾਂ ਆਈ ਸੀ, ਕਿਹੜੀ ਬਾਅਦ ਚ ਆਈ ਸੀ। ਯਾਰ ਸਿੰਪਲ ਦੱਸਦਾ ਮੈਂ, ਜਿਹੜੀ ਓਡੀਆ ਸੀਗੀ, ਠੀਕ, 2014 ਵਿੱਚ ਆਈ ਸੀ। ਉਸ ਤੋਂ ਪਹਿਲਾਂ ਕੰਨੜ ਆ ਚੁੱਕੀ ਸੀ, ਮਲਿਆਲਮ ਆ ਚੁੱਕੀ। ਸੋ ਆਪਾਂ ਇਹ ਆਪਸ਼ਨ ਲਾਈਏ, ਜੇ ਆਪਾਂ ਇਹ ਲੌਜਿਕ ਲਾਈਏ ਕਿ ਓਡੀਆ ਬਿਲਕੁਲ ਲਾਸਟ ਦੇ ਵਿੱਚ ਆਈ ਸੀ, ਤਾਂ ਆਪਣਾ ਆਨਸਰ ਬਣਦਾ ਹੈ ਫਿਰ ਬੀ 2 4 5 ਦੈਨ ਕੰਨੜ, ਦੈਨ ਮਲਿਆਲਮ, ਦੈਨ ਓਡੀਆ। ਇਹੋ ਜਿਹੇ ਜਿਹੜੇ ਕ੍ਰੋਨੋਲੋਜੀਕਲ ਆਰਡਰਸ ਹੁੰਦੇ ਆ, ਇਹਨੂੰ ਤੁਸੀਂ ਨਿਮੋਨਿਕ ਦੀ ਫਾਰਮ ਵਿੱਚ ਯਾਦ ਕਰ ਲਿਆ ਕਰੋ, TSTKMO। ਆ ਲਓ, ਹੁਣ ਇਹਨੂੰ ਕਿਸੇ ਵੀ ਤਰੀਕੇ ਨਾਲ ਯਾਦ ਕਰ ਲਓ। ਠੀਕ ਹੈ, ਤੁਸੀਂ ਬਹੁਤ ਕ੍ਰੀਏਟਿਵ, ਮੈਨੂੰ ਸਭ ਪਤਾ ਤੁਹਾਡੇ ਬਾਰੇ। ਠੀਕ ਹੈ, ਤੁਸੀਂ ਇਹਨੂੰ ਯਾਦ ਕਰ ਲਓ। ਇਹੋ ਜਿਹੀ ਚੀਜ਼ਾਂ ਨੂੰ ਤੁਸੀਂ ਨਿਮੋਨਿਕ ਫਾਰਮ 'ਚ ਯਾਦ ਕਰਿਆ ਕਰੋ। ਨੈਕਸਟ, consider the following criteria laid down by the Government of India for declaring a language as classical. So, option 1, high antiquity of its early text recorded history over 1500 to 2000 years. बिल्कुल सही बात है जी। A body of ancient literature text which is considered valuable heritage by generation of speaker, आ भी ਆਪਾਂ cover ਕੀਤਾ जी, बिल्कुल सही गल है। Literary tradition must be original and not borrowed from another speech community. All right, ਇਹ ਓਰੀਜਨਲ ਹੋਣਾ ਚਾਹੀਦਾ, ਕਿਸੇ ਹੋਰ ਤੋਂ ਬੋਰੋ ਨਾ ਕੀਤਾ ਗਿਆ ਹੋਵੇ। ਠੀਕ ਹੈ, ਲੈਂਗੁਏਜ ਮਸਟ ਹੈਵ ਸੀਜ਼ ਟੂ ਐਗਜ਼ਿਸਟ ਐਜ਼ ਅ ਸਪੋਕਨ ਲੈਂਗੁਏਜ। ਹੁਣ ਆਪਾਂ ਆਹ 2 ਚੀਜ਼ਾਂ ਪਹਿਲਾਂ ਕਵਰ ਕਰ ਲਈਆਂ। 3rd ਤੇ 4th ਸਟੇਟਮੈਂਟ ਬਣਦੀ ਹੈ ਆਪਣੀ। 3rd ਸਟੇਟਮੈਂਟ ਕਹਿੰਦੀ ਹੈ ਕਿ ਲਿਟਰੇਰੀ ਟ੍ਰੈਡੀਸ਼ਨ ਮਸਟ ਬੀ ਓਰੀਜਨਲ ਐਂਡ ਨਾਟ ਬੋਰੋਡ ਫਰੋਮ ਅਨਦਰ ਸਪੀਚ ਕਮਿਊਨਿਟੀ। ਇਹ ਓਰੀਜਨਲ ਹੋਣੀ ਚਾਹੀਦੀ ਹੈ ਜੀ, ਜੋ ਵੀ ਆਪਾਂ ਕਲਾਸੀਕਲ ਲੈਂਗੁਏਜ ਦਾ ਦਰਜਾ ਦੇ ਰਹੇ ਇਹਨਾਂ ਦੇ ਇੱਕ ਓਰੀਜਨੈਲਿਟੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕਿਸੇ ਹੋਰ ਭਾਸ਼ਾ ਤੋਂ ਬਣ ਕੇ ਆਈ ਹੈ, ਉਸਦੇ ਬਹੁਤ ਸਾਰੇ ਐਲੀਮੈਂਟ ਸੀਗੇ, ਓਰੀਜਨੈਲਿਟੀ ਦੀ ਕੋਈ ਆਪਣੀ ਹੈ ਨਹੀਂ, ਤਾਂ ਫਿਰ ਕੀ ਪਰਪਸ ਬਣਦਾ ਕਲਾਸੀਕਲ ਲੈਂਗੁਏਜ ਵਾਸਤੇ? ਤਾਂ ਓਰੀਜਨੈਲਿਟੀ ਤਾਂ ਚਾਹੀਦੀ ਹੈ ਜੀ, ਓਰੀਜਨੈਲਿਟੀ ਚਾਹੀਦੀ ਹੈ। ਐਂਡ ਜਨਰਲ ਸਟੇਟਮੈਂਟ ਵੀ ਆਪਣੇ ਆਪ ਵਿੱਚ ਕਾਮਨ ਸੈਂਸ ਦੀ ਇੱਕ ਸਟੇਟਮੈਂਟ ਬਣਦੀ ਹੈ ਇਹ, ਤਾਂ ਸਟੇਟਮੈਂਟ 3 ਇਜ਼ ਕਰੈਕਟ। ਦੈਨ ਕਮਸ ਲੈਂਗੁਏਜ ਮਸਟ ਹੈਵ ਸੀਜ਼ ਟੂ ਐਗਜ਼ਿਸਟ ਐਜ਼ ਅ ਸਪੋਕਨ ਲੈਂਗੁਏਜ, ਕਿ ਲੈਂਗੁਏਜ ਹੁਣ ਸਪੋਕਨ ਫਾਰਮ ਵਿੱਚ ਰਹੀ ਨਹੀਂ, ਉਹਦੇ ਜਿਹੜੇ ਬੋਲਣ ਵਾਲੇ ਉਹ ਰਹੇ ਨੂੰ ਗੱਲ ਹੀ ਨਹੀਂ ਕਰ ਪਾਉਂਦੇ ਉਸ ਲੈਂਗੁਏਜ ਦੇ ਵਿੱਚ, ਉਹ ਲੈਂਗੁਏਜ ਸੁਣਨ 'ਚ ਮਿਲਦੀ ਹੀ ਨਹੀਂ ਹੈ।
ਸਪੋਕਨ ਲੈਂਗੁਏਜ ਦੀ ਫਾਰਮ ਵਿੱਚ ਐਗਜ਼ਿਸਟ ਨਹੀਂ ਕਰ ਰਹੀ। ਯਾਰ ਇਹ ਸਟੇਟਮੈਂਟ ਜੋ ਹੈ ਨਾ, ਦਿਸ ਇਜ਼ ਇਨਕਰੈਕਟ। ਕਿਉਂ? ਹੁਣੇ ਆਪਾਂ ਗੱਲ ਕਰਕੇ ਆਏ ਕਲਾਸੀਕਲ ਲੈਂਗੁਏਜਸ ਦੀ, ਆਪਾਂ ਮਰਾਠੀ ਦੀ ਗੱਲ ਕੀਤੀ ਹੈ, ਆਪਾਂ ਤਮਿਲ ਦੀ ਗੱਲ ਕੀਤੀ ਹੈ, ਆਪਾਂ ਤੇਲਗੂ ਦੀ ਗੱਲ ਕੀਤੀ ਹੈ, ਸੰਸਕ੍ਰਿਤ ਦੀ ਗੱਲ ਕੀਤੀ ਹੈ, ਕੰਨੜ ਦੀ ਗੱਲ ਕੀਤੀ ਹੈ, ਮਲਿਆਲਮ ਦੀ ਗੱਲ ਕੀਤੀ ਹੈ, ਓਡੀਆ ਦੀ ਗੱਲ ਕੀਤੀ ਹੈ, ਇਹਨਾਂ ਸਾਰਿਆਂ ਦੀ ਗੱਲ ਕੀਤੀ ਹੈ। ਇਹ ਅੱਜ ਵੀ ਬੋਲਚਾਲ ਦੀਆਂ ਭਾਸ਼ਾ ਹੈ ਨੇ। ਤਾਂ ਜਿਹੜਾ ਫੋਰਥ ਸਟੇਟਮੈਂਟ ਹੈਗਾ, ਦਿਸ ਇਜ਼ ਇਨਕਰੈਕਟ। ਸੋ ਵੀ ਆਰ ਲੈਫਟ ਵਿਦ 1 2 3। ਸੋ 3 only is the right answer. Option C is the correct statement, the correct response. Thank you very much for your valuable time. I believe ਕਿ ਅੱਜ ਦਾ ਸੈਸ਼ਨ ਤੁਹਾਡੇ ਵਾਸਤੇ ਹੈਲਪਫੁਲ ਰਿਹਾ ਹੋਗਾ। ਇਸ ਸੀਰੀਜ਼ ਨੂੰ ਆਪਾਂ ਅੱਗੇ ਵੀ ਕੰਟੀਨਿਊ ਕਰਦੇ ਰਹਾਂਗੇ। ਸਟੱਡੀ in a positive manner. All the best.